ਬਾਪ ਬੇਟਾ ਤੇ ਰੂਪਾ ਨਾਮ ਤੇ ਆਮੀਨ। ਸਭ ਭੈਣ ਭਰਾਵਾਂ ਨੂੰ ਯਿਸੂ ਮਸੀਹ ਦੀ ਸਲਾਮ, ਗੁੱਡ ਮਾਰਨਿੰਗ, ਗੁੱਡ ਆਫਟਰਨੂਨ। ਪਿਤਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹਨੇ ਸਾਨੂੰ ਅੱਜ ਦਾ ਦਿਨ, ਅੱਜ ਦਾ ਸਮਾਂ ਦਿੱਤਾ, ਅੱਜ ਦੇ ਵਚਨ ਦਿੱਤੇ ਹਨ ਕਿ ਅਸੀਂ ਸਭ ਭੈਣ ਭਰਾ ਮਿਲ ਕੇ ਪ੍ਰਭੂ ਦੀ ਮਹਿਮਾ ਤੇ ਵਡਿਆਈ ਕਰੀਏ, ਉਸ ਦਾ ਧੰਨਵਾਦ ਕਰੀਏ, ਪ੍ਰਭੂ ਦੇ ਪਿੱਤਰ ਚਰਨ ਚੜ੍ਹ ਕੇ ਦੁਆ ਕਰੀਏ, ਬੇਨਤੀਆਂ ਕਰੀਏ ਕਿ ਪ੍ਰਭੂ ਯਿਸੂ ਆਪਦੇ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਸਾਨੂੰ ਅਕਲ ਬੁੱਧੀ ਗਿਆਨ ਦੇਵੇ ਕਿ ਪ੍ਰਭੂ ਦੇ ਵਚਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਸਕੀਏ ਔਰ ਸਮਝ ਸਕੀਏ। ਬੇਨਤੀ ਕਰਦੇ ਹਾਂ ਕਿ ਪ੍ਰਭੂ ਯਿਸੂ ਆਪਦੇ ਪਵਿੱਤਰ ਆਤਮਾ ਰਾਹੀਂ ਸਾਡੀ ਅਗਵਾਈ ਕਰੇ, ਬੋਲਣ ਵਿੱਚ ਸਾਨੂੰ ਚੰਗੇ ਵਚਨ ਦੇਵੇ। ਮੇਰੇ ਭੈਣ ਭਰਾਵੋ, ਅੱਜ ਅਸੀਂ ਪਵਿੱਤਰ ਬਾਈਬਲ 'ਚੋਂ ਸੰਤ ਪੌਲੁਸ ਦਾ ਲਿਖਿਆ ਖੱਤ ਰੋਮੀਓ ਚੈਪਟਰ 8 1 ਤੋਂ 11 ਐਤਾਂ ਪੜ੍ਹਾਂਗੇ। ਰੋਮਨਸ ਚੈਪਟਰ 8 verses 1 till 11, ਲਾਈਫ ਇਨ ਦਾ ਸਪਿਰਿਟ, ਆਤਮਾ ਦੇ ਅਨੁਸਾਰ ਜੀਵਨ। ਸੋ ਜਿਹੜੇ ਲੋਕੀ ਯਿਸੂ ਮਸੀਹ ਦੀ ਸੰਗਤ ਵਿੱਚ ਰੰਗੇ ਜਾ ਚੁੱਕੇ ਹਨ, ਉਹਨਾਂ ਦੇ ਲਈ ਹੁਣ ਕੋਈ ਦੰਡ ਦੀ ਆਗਿਆ ਨਹੀਂ ਹੈ, ਕਿਉਂਕਿ ਆਤਮਾ ਦੇ ਨੇਮ ਨੇ ਜੋ ਯਿਸੂ ਮਸੀਹ ਦੀ ਸੰਗਤ ਵਿੱਚ ਸਾਨੂੰ ਜੀਵਨ ਦਿੰਦਾ ਹੈ, ਮੈਨੂੰ ਪਾਪ ਅਤੇ ਮੌਤ ਦੇ ਨੇਮ ਤੋਂ ਸੁਤੰਤਰ ਕਰ ਦਿੱਤਾ ਹੈ, ਜੋ ਸਾਡੇ ਮਨੁੱਖੀ ਸੁਭਾਅ ਦੀ ਕਮਜ਼ੋਰੀ ਕਾਰਨ ਨੇਮ ਸ਼ਾਸਤਰ ਦੇ ਲਈ ਕਰਨਾ ਅਸੰਭਵ ਸੀ। ਉਹ ਪਰਮੇਸ਼ਰ ਨੇ ਆਪ ਕੀਤਾ। ਉਸਨੇ ਆਪਣੇ ਪੁੱਤਰ ਨੂੰ ਸਾਡੇ ਵਰਗੇ ਪਾਪੀ ਸਰੀਰ ਵਿੱਚ ਪਾਪ ਦਾ ਮੁਕਾਬਲਾ ਕਰਨ ਦੇ ਲਈ ਘੱਲਿਆ ਅਤੇ ਉਸਨੇ ਮਨੁੱਖੀ ਸਰੀਰ ਰਾਹੀਂ ਹੀ ਪਾਪ ਨੂੰ ਦੰਡ ਦਿੱਤਾ। ਪਰਮੇਸ਼ਰ ਨੇ ਇਹ ਇਸ ਲਈ ਕੀਤਾ ਕਿ ਸਾਡੇ ਵਿੱਚ ਜਿਹੜੇ ਅਸੀਂ ਮਨੁੱਖੀ ਸੁਭਾਅ ਦੇ ਅਨੁਸਾਰ ਨਹੀਂ, ਸਗੋਂ ਆਤਮਾ ਦੇ ਅਨੁਸਾਰ ਜੀਵਨ ਗੁਜ਼ਾਰ ਰਹੇ ਹਾਂ, ਨੇਮ ਸ਼ਾਸਤਰ ਦੀ ਉਚਿਤ ਮੰਗ ਪੂਰੀ ਹੋ ਜਾਵੇ। ਉਹ ਜਿਹੜੇ ਆਪਣੇ ਸੰਸਾਰਿਕ ਸੁਭਾਅ ਦੇ ਅਨੁਸਾਰ ਜੀਵਨ ਗੁਜ਼ਾਰਦੇ ਹਨ, ਸੰਸਾਰਿਕ ਹੁੰਦੇ ਹਨ, ਅਤੇ ਉਹ ਜਿਹੜੇ ਆਤਮਾ ਦੇ ਅਨੁਸਾਰ ਜੀਵਨ ਗੁਜ਼ਾਰਦੇ ਹਨ, ਆਤਮਿਕ ਹੁੰਦੇ ਹਨ। ਸਰੀਰਕ ਸੁਭਾਅ ਦਾ ਅਰਥ ਹੈ ਮੌਤ, ਆਤਮਿਕ ਹੋਣ ਦਾ ਅਰਥ ਹੈ ਜੀਵਨ ਅਤੇ ਸ਼ਾਂਤੀ, ਕਿਉਂਕਿ ਸਰੀਰਕ ਸੁਭਾਅ ਰੱਖਣ ਵਾਲਾ ਪਰਮੇਸ਼ਰ ਦਾ ਵੈਰੀ ਹੈ। ਉਹ ਉਸ ਦੇ ਨੇਮ ਨੂੰ ਨਹੀਂ ਮੰਨਦਾ ਅਤੇ ਨਾ ਹੀ ਮੰਨ ਸਕਦਾ ਹੈ। ਉਹ ਜਿਹੜੇ ਸਰੀਰਕ ਸੁਭਾਅ ਰੱਖਦੇ ਹਨ, ਪਰਮੇਸ਼ਰ ਨੂੰ ਖੁਸ਼ ਨਹੀਂ ਕਰ ਸਕਦੇ। ਪਰ ਤੁਸੀਂ ਸਰੀਰਕ ਨਹੀਂ ਹੋ, ਤੁਸੀਂ ਤਾਂ ਆਤਮਿਕ ਹੋ। ਪਰ ਇਹ ਤਾਂ ਹੀ ਹੋ ਸਕਦਾ ਹੈ ਜੇਕਰ ਪਰਮੇਸ਼ਰ ਦਾ ਆਤਮਾ ਸੱਚਮੁੱਚ ਤੁਹਾਡੇ ਵਿੱਚ ਵਾਸ ਕਰਦਾ ਹੈ। ਇਸੇ ਤਰ੍ਹਾਂ ਜੇਕਰ ਕਿਸੇ ਵਿੱਚ ਮਸੀਹ ਦਾ ਆਤਮਾ ਨਹੀਂ ਹੈ ਤਾਂ ਉਹ ਮਸੀਹ ਵੀ ਨਹੀਂ ਹੈ। ਪਰ ਜੇਕਰ ਮਸੀਹ ਤੁਹਾਡੇ ਵਿੱਚ ਰਹਿੰਦੇ ਹਨ ਤਾਂ ਪਾਪ ਦੇ ਕਾਰਨ ਤੁਹਾਡਾ ਸਰੀਰ ਮੁਰਦਾ ਵੀ ਕਿਉਂ ਨਾ ਹੋਵੇ, ਫਿਰ ਵੀ ਆਤਮਾ ਤੁਹਾਡੇ ਲਈ ਜੀਵਨ ਹੈ, ਕਿਉਂਕਿ ਤੁਸੀਂ ਉਚਿਤ ਠਹਿਰਾਏ ਜਾ ਚੁੱਕੇ ਹੋ। ਜੇਕਰ ਪਰਮੇਸ਼ਰ ਦਾ ਆਤਮਾ ਜਿਸ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਿੰਦਾ ਕੀਤਾ ਸੀ ਤੁਹਾਡੇ ਵਿੱਚ ਰਹਿੰਦਾ ਹੈ, ਤਾਂ ਜਿਸ ਨੇ ਮਸੀਹ ਨੂੰ ਮੁਰਦਿਆਂ ਵਿੱਚੋਂ ਜਿੰਦਾ ਕੀਤਾ ਹੈ, ਉਹ ਆਪਣੇ ਆਤਮਾ ਦੇ ਵਾਸ ਦੁਆਰਾ ਤੁਹਾਡੇ ਮਰਨਹਾਰ ਸਰੀਰਾਂ ਨੂੰ ਵੀ ਸੁਰਜੀਤ ਕਰੇਗਾ। ਆਮੀਨ। ਇਹ ਪ੍ਰਭੂ ਦਾ ਵਚਨ ਹੈ। ਪੜ੍ਹਨ ਅਤੇ ਸੁਣਨ ਵਾਲੇ ਸਭ ਭੈਣ ਭਰਾਵਾਂ ਨੂੰ ਪ੍ਰਭੂ ਯਿਸੂ ਆਸ਼ੀਸ਼ ਬਰਕਤ ਦੇਵੇ। ਪ੍ਰਭੂ ਵਿੱਚ ਮੇਰੇ ਭੈਣ ਭਰਾਵੋ, ਸੰਤ ਪੌਲੁਸ ਆਪਣੇ ਇਸ ਖੱਤ ਦੇ ਵਿੱਚ ਰੋਮਨ ਦੇ ਲੋਕਾਂ ਨੂੰ ਦੱਸਦਾ ਹੈ, ਔਰ ਸਾਡੇ 'ਤੇ ਵੀ ਇਹ ਅਪਲਾਈ ਹੁੰਦੇ ਹਨ, ਲਾਗੂ ਹੁੰਦੇ ਹਨ। ਪਰ ਯਿਸੂ ਮਸੀਹ ਵਿੱਚ ਸਾਡੇ ਗੁਨਾਹ ਪਾਪ ਮਾਫ ਹੁੰਦੇ ਹਨ। ਪਰ ਯਿਸੂ ਉਹਨਾਂ ਸਭ ਨੂੰ ਦੰਡ ਤੋਂ ਬਚਾਉਂਦਾ ਹੈ ਜਿਹੜੇ ਉਸ ਵਿੱਚ ਵਿਸ਼ਵਾਸ ਕਰਦੇ ਅਤੇ ਉਸ ਦੇ ਹੁਕਮਾਂ ਅਤੇ ਵਚਨਾਂ ਅਤੇ ਵਿਧੀਆਂ 'ਤੇ ਚੱਲਦੇ ਹਨ। ਪਰ ਯਿਸੂ ਨੇ ਹੀ ਸਾਨੂੰ ਪਾਪ ਅਤੇ ਮੌਤ ਤੋਂ ਆਜ਼ਾਦ ਕਰਵਾਇਆ ਹੈ। ਉਸਨੇ ਸਾਨੂੰ ਸਭ ਨੂੰ ਪਵਿੱਤਰ ਆਤਮਾ ਦੀ ਸ਼ਕਤੀ ਦਿੱਤੀ ਹੈ। ਜੋ ਵੀ ਵਿਸ਼ਵਾਸ ਕਰੇ ਰੂਹਾਨੀ ਤੌਰ 'ਤੇ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰੇਗਾ। ਸੰਤ ਪੌਲੁਸ ਦੋ ਕਿਸਮ ਦੇ ਲੋਕਾਂ ਦੀ ਵੰਡ ਕਰਦਾ ਹੈ। ਇੱਕ ਸੰਸਾਰਿਕ ਸੁਭਾਅ ਦੇ ਲੋਕ, ਦੂਸਰਾ ਪਾਪੀ ਸੁਭਾਅ ਰੱਖਣ ਵਾਲੇ, ਨਾ ਵਿਸ਼ਵਾਸ ਰੱਖਣ ਵਾਲੇ।
ਜਿਨ੍ਹਾਂ ਦੀ ਪਵਿੱਤਰ ਆਤਮਾ ਰਾਹੀਂ ਅਗਵਾਈ ਹੁੰਦੀ ਹੈ, ਉਹ ਪ੍ਰਭੂ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਹੁੰਦੇ ਹਨ, ਆਤਮਿਕ ਲੋਕ ਹੁੰਦੇ ਹਨ, ਆਤਮਿਕ ਸੁਭਾਅ ਦੇ ਲੋਕ ਹੁੰਦੇ ਹਨ, ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਉਹ ਕਰਦੇ ਹਨ। ਸੋ ਮੇਰੇ ਭੈਣ ਭਰਾਵੋ, ਅਸੀਂ ਸਰੀਰਕ ਸੁਭਾਅ ਦੇ ਨਹੀਂ ਬਣਨਾ, ਅਸੀਂ ਆਤਮਿਕ ਸੁਭਾਅ ਦੇ ਬਣਨਾ ਹੈ। ਅਸੀਂ ਪਰਮੇਸ਼ਰ ਵਿੱਚ ਵਿਸ਼ਵਾਸ ਕਰਨਾ ਹੈ, ਆਪਣੇ ਪਾਪੀ ਸੁਭਾਅ ਬਾਰੇ ਅਤੇ ਪ੍ਰਭੂ ਯਿਸੂ ਵਿੱਚ ਨਵੀਂ ਜ਼ਿੰਦਗੀ ਪਾਣੀ ਹੈ। ਅਸੀਂ ਇਸ ਦੇ ਬਾਰੇ ਪੜ੍ਹ ਸਕਦੇ ਹਾਂ ਹਫੀਸ਼ੀਅਨ ਚੈਪਟਰ 4 ਵਰਸਸ 22 till 24। ਹਫਸ਼ੀਆਂ ਦਾ ਖਤ ਚੈਪਟਰ 4 22 ਤੋਂ 24 ਆਇਤਾਂ। ਫਿਰ ਇਸ ਤੋਂ ਬਾਅਦ ਕੋਲੋਸੀਅਨ ਚੈਪਟਰ 3 ਵਰਸਸ 3 till 15। ਗਲਾਤੀਆਂ ਦਾ ਖਤ ਚੈਪਟਰ 3 ਤੋਂ 15 ਆਇਤਾਂ। ਕੁਲਸੀਆਂ ਦਾ ਖਤ ਚੈਪਟਰ 3 ਤੋਂ 15 ਆਇਤਾਂ। ਜੇਕਰ ਅਸੀਂ ਵਫਾਦਾਰੀ ਨਾਲ ਮੁਕਤੀ ਲਈ ਪ੍ਰਭੂ ਯਿਸੂ ਨੂੰ ਸਵੀਕਾਰ ਕਰਦੇ ਹਾਂ, ਮੰਨਦੇ ਹਾਂ, ਉਸ ਨੂੰ ਆਪਣਾ ਮੁਕਤੀਦਾਤਾ ਮੰਨਦੇ ਹਾਂ, ਤਾਂ ਪਵਿੱਤਰ ਆਤਮਾ ਸਾਡੇ ਵਿੱਚ ਵਾਸ ਕਰਦਾ ਹੈ ਅਤੇ ਅਸੀਂ ਮਸੀਹੀ ਲੋਕ ਕਹਾਉਂਦੇ ਹਾਂ। ਅਸੀਂ ਵਿਸ਼ਵਾਸ ਕਰਦੇ ਹਾਂ ਯਿਸੂ ਮਸੀਹ ਪਰਮੇਸ਼ਰ ਦਾ ਇਕਲੌਤਾ ਪੁੱਤਰ ਹੈ ਅਤੇ ਹਮੇਸ਼ਾ ਦੀ ਜ਼ਿੰਦਗੀ ਉਸ ਰਾਹੀਂ ਮਿਲਦੀ ਹੈ। ਅਸੀਂ ਪੜ੍ਹ ਸਕਦੇ ਹਾਂ ਯੂਹੰਨਾ ਦਾ ਪਹਿਲਾ ਖਤ ਚੈਪਟਰ 5 ਤੇ 5 ਆਇਤ। ਫਸਟ ਲੈਟਰ ਆਫ ਜੌਨ ਚੈਪਟਰ 5 ਵਰਸ 5। ਸੋ ਮੇਰੇ ਭੈਣ ਪ੍ਰਭੂ ਯਿਸੂ ਦੇ ਰਾਜ ਦੀ ਸਥਾਪਨਾ ਕਰਨ ਵਿੱਚ ਮਿਹਨਤ ਕਰਦੇ ਰਹੋ, ਪਰਮੇਸ਼ਰ ਦੀ ਸੇਵਾ ਕਰਦੇ ਰਹੋ ਔਰ ਪਰਮੇਸ਼ਰ ਦੇ ਲੋਕਾਂ ਨੂੰ ਪ੍ਰਭੂ ਯਿਸੂ ਦੇ ਵਚਨਾਂ ਬਾਰੇ, ਪਰਮੇਸ਼ਰ ਦੇ ਪਿਆਰ ਬਾਰੇ ਦੱਸਦੇ ਰਹੋ, ਤਾਂ ਪ੍ਰਭੂ ਆਪ ਸਭ ਨੂੰ ਅਤੇ ਮੈਨੂੰ ਵੀ ਮਾਫ ਕਰਕੇ ਨਵੀਂ ਜ਼ਿੰਦਗੀ ਦੇਵੇਗਾ ਔਰ ਸਵਰਗਾਂ ਦੀ ਸੰਤਾਨ ਬਣਾਵੇਗਾ। ਆਮੀਨ, ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਦਾ ਬਾਰ-ਬਾਰ ਧੰਨਵਾਦ ਕਰਦੇ, ਸ਼ੁਕਰ ਕਰਦੇ ਪ੍ਰਭੂ ਜੀ ਇਹਨਾਂ ਵਚਨਾਂ ਦਾ ਜੋ ਤੁਸੀਂ ਸਾਨੂੰ ਸੰਤ ਪੌਲੁਸ ਦੇ ਰਾਹੀਂ ਇਹ ਵਚਨ ਦਿੱਤੇ ਹਨ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ। ਹਾਲੇਲੂਇਆ, ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ। ਮੇਰੇ ਭੈਣ ਭਰਾ, ਹੁਣ ਅਸੀਂ ਪੜ੍ਹਦੇ ਹਾਂ ਸੰਤ ਲੂਕਾ ਦੀ ਇੰਜੀਲ ਚੈਪਟਰ 13 1 ਤੋਂ 9 ਆਇਤਾਂ। ਸੈਂਟ ਲੂਕ ਚੈਪਟਰ 13 verses 1 till 9. Jesus calls the people to repent. ਆਪਣਾ ਜੀਵਨ ਬਦਲੋ। ਉਸ ਸਮੇਂ ਉੱਥੇ ਕੁਝ ਲੋਕੀ ਸਨ। ਉਹਨਾਂ ਨੇ ਪ੍ਰਭੂ ਯਿਸੂ ਨੂੰ ਦੱਸਿਆ ਕਿ ਗਲੀਲ ਦੇ ਇਲਾਕੇ ਦੇ ਕੁਝ ਲੋਕੀ ਪਰਮੇਸ਼ਰ ਦੇ ਸਾਹਮਣੇ ਬਲੀ ਚੜਾ ਰਹੇ ਸਨ ਕਿ ਪਿਲਾਤੂਸ ਰਾਜਪਾਲ ਨੇ ਉਹਨਾਂ ਨੂੰ ਕਤਲ ਕਰਵਾ ਕੇ ਉਹਨਾਂ ਦਾ ਲਹੂ ਬਲੀ ਦੇ ਲੋਹ ਵਿੱਚ ਮਿਲਾ ਦਿੱਤਾ। ਯਿਸੂ ਨੇ ਉੱਤਰ ਦਿੱਤਾ ਕਿ ਤੁਸੀਂ ਸੋਚਦੇ ਹੋ ਕਿ ਇਹ ਗਲੀਲੀ ਜੋ ਮਾਰੇ ਗਏ ਹਨ ਦੂਜੇ ਗਲੀਲੀਆਂ ਨਾਲੋਂ ਬਹੁਤੇ ਪਾਪੀ ਸਨ? ਮੈਂ ਤੁਹਾਨੂੰ ਕਹਿੰਦਾ ਹਾਂ, ਨਹੀਂ। ਜੇਕਰ ਤੁਸੀਂ ਵੀ ਆਪਣੇ ਜੀਵਨ ਨੂੰ ਨਾ ਬਦਲੋਗੇ ਤਾਂ ਤੁਸੀਂ ਸਾਰੇ ਹੀ ਇਸੇ ਤਰ੍ਹਾਂ ਨਾਸ਼ ਹੋ ਜਾਵੋਗੇ। ਸ਼ਲੋ ਦਾ ਬੁਰਜ ਡਿੱਗਣ ਦੇ ਨਾਲ 18 ਬੰਦੇ ਮਰ ਗਏ ਸਨ। ਕੀ ਤੁਸੀਂ ਉਹਨਾਂ 18 ਦੇ ਬਾਰੇ ਵੀ ਸੋਚਦੇ ਹੋ ਕਿ ਉਹ ਬਾਕੀ ਯਰੂਸ਼ਲਮ ਸ਼ਹਿਰ ਦੇ ਰਹਿਣ ਵਾਲਿਆਂ ਨਾਲੋਂ ਜ਼ਿਆਦਾ ਅਧਿਕ ਪਾਪੀ ਸਨ? ਨਹੀਂ। ਜੇਕਰ ਤੁਸੀਂ ਵੀ ਆਪਣੇ ਬੁਰੇ ਕੰਮਾਂ ਨੂੰ ਨਾ ਛੱਡੋਗੇ ਤਾਂ ਤੁਸੀਂ ਵੀ ਉਹਨਾਂ 18 ਵਾਂਗ ਨਾਸ਼ ਹੋ ਜਾਵੋਗੇ। ਨਸਫਲ ਅੰਜੀਰ ਦੇ ਰੁੱਖ ਦੀ ਰੂਪਕਥਾ। ਯਿਸੂ ਨੇ ਉਹਨਾਂ ਨੂੰ ਇੱਕ ਰੂਪਕਥਾ ਸੁਣਾਈ। ਇੱਕ ਆਦਮੀ ਦੇ ਬਾਗ ਵਿੱਚ ਇੱਕ ਅੰਜੀਰ ਦਾ ਰੁੱਖ ਲੱਗਾ ਹੋਇਆ ਸੀ। ਉਹ ਆਪਣੇ ਰੀਤ ਅਨੁਸਾਰ ਇੱਕ ਦਿਨ ਉਸ ਰੁੱਖ ਨਾਲੋਂ ਫਲ ਤੋੜਨ ਆਇਆ, ਪਰ ਉਸ ਨੂੰ ਉਸ ਰੁੱਖ ਤੋਂ ਇੱਕ ਫਲ ਵੀ ਨਾ ਮਿਲਿਆ। ਇਸੇ ਉਸ ਆਦਮੀ ਨੇ ਬਾਗ ਦੇ ਮਾਲੀ ਨੂੰ ਕਿਹਾ, ਪਿਛਲੇ 3 ਸਾਲਾਂ ਤੋਂ ਮੈਂ ਇਸ ਅੰਜੀਰ ਦੇ ਰੁੱਖ ਤੋਂ ਫਲ ਦੀ ਭਾਲ ਕਰ ਰਿਹਾ ਹਾਂ, ਪਰ ਅੱਜ ਤੱਕ ਮੈਨੂੰ ਇੱਕ ਫਲ ਵੀ ਇਸ ਤੋਂ ਨਹੀਂ ਮਿਲਿਆ। ਇਸ ਰੁੱਖ ਨੂੰ ਵੱਢ ਸੁੱਟ। ਇਹ ਕਦ ਤੱਕ ਐਵੇਂ ਹੀ ਜ਼ਮੀਨ ਘੇਰੀ ਰੱਖੇਗਾ? ਮਾਲੀ ਨੇ
ਆਪਣੇ ਮਾਲਕ ਨੂੰ ਕਿਹਾ, ਮਾਲਿਕ, ਇਸ ਨੂੰ 1 ਸਾਲ ਹੋਰ ਰਹਿਣ ਦਿਓ। ਮੈਂ ਇਸ ਦੇ ਆਲੇ ਦੁਆਲੇ ਖਾਲੀ ਪੁੱਟ ਕੇ ਰੂੜੀ ਪਾਵਾਂਗਾ। ਜੇਕਰ ਇਹ ਅਗਲੇ ਸਾਲ ਫਲ ਦੇਵੇਗਾ ਤਾਂ ਵਾਹ ਭਲੀ, ਨਹੀਂ ਤਾਂ ਤੁਸੀਂ ਵੱਢ ਦੇਣਾ। ਆਮੀਨ। ਇਹ ਪ੍ਰਭੂ ਦਾ ਵਚਨ ਹੈ। ਪੜ੍ਹਨ ਅਤੇ ਸੁਣਨ ਵਾਲੇ ਸਭ ਭੈਣ ਭਰਾਵਾਂ ਨੂੰ ਪ੍ਰਭੂ ਯਿਸੂ ਆਸ਼ੀਰਵਾਦ ਬਰਕਤ ਦੇਵੇ। ਮੇਰੇ ਭੈਣ ਭਰਾਵੋ, ਰਾਜਪਾਲ ਪਿਲਾਤੂਸ ਨੇ ਗਲੀਲ ਦੇ ਲੋਕਾਂ ਨੂੰ ਮਾਰ ਦਿੱਤਾ, ਕਿਉਂਕਿ ਉਸਨੇ ਸੋਚਿਆ ਸੀ ਕਿ ਇਹ ਲੋਕ ਰੋਮਨ ਸਮਰਾਟ ਦੇ ਵਿਰੁੱਧ ਬਗਾਵਤ ਕਰ ਰਹੇ ਸਨ। ਉਹ 18 ਲੋਕ ਜਿਹੜੇ ਸ਼ਿਲੋਹ ਬੁਰਜ ਦੇ ਡਿੱਗਣ ਨਾਲ ਮਰੇ ਸਨ, ਹੋ ਸਕਦਾ ਹੈ ਕਿ ਉਹ ਰੋਮਨ ਸਮਰਾਟ ਦੇ ਲਈ ਕੰਮ ਕਰਦੇ ਹੋਣਗੇ। ਪਰ ਜਦੋਂ ਪ੍ਰਭੂ ਯਿਸੂ ਨੂੰ ਇਹਨਾਂ ਘਟਨਾਵਾਂ ਬਾਰੇ ਦੱਸਿਆ ਗਿਆ ਤਾਂ ਉਹਨਾਂ ਨੇ ਇਹ ਘਟਨਾ ਐਕਸੀਡੈਂਟ ਜਾਂ ਮਨੁੱਖੀ ਬੇਰਹਿਮੀ, ਹਿਊਮਨ ਕ੍ਰਿਓਲਿਟੀਜ਼, ਪਰਮੇਸ਼ਰ ਦੇ ਨਿਆਂ ਨੂੰ ਡਿਸਮਿਸ ਕਰਨ ਦਾ ਇਰਾਦਾ ਕੀਤਾ, ਵਿਚਾਰ ਕੀਤਾ, ਜਿਹੜੀ ਬੁਰੇ ਪਾਪੀਆਂ ਉੱਤੇ ਵਾਪਰੀ ਸੀ। ਇਹ ਘਟਨਾਵਾਂ ਜੋ ਬੁਰੇ ਲੋਕਾਂ ਉੱਪਰ ਇਹ ਵਾਪਰੀ ਸੀ, ਪ੍ਰਭੂ ਯਿਸੂ ਨੇ ਇਹ ਸਭ ਵਿਚਾਰਾਂ ਨੂੰ ਖਰਚ ਕਰਤਾ, ਡਿਸਮਿਸ ਕਰਤਾ। ਪ੍ਰਭੂ ਯਿਸੂ ਨੇ ਇਹ ਨਹੀਂ ਕਿਹਾ ਕਿ ਉਹ ਜ਼ਿਆਦਾ ਪਾਪੀ ਸਨ। ਪ੍ਰਭੂ ਯਿਸੂ ਕਹਿੰਦੇ, ਨਾ ਤਾਂ ਗਲੀਲੀ ਲੋਕ ਅਤੇ ਨਾ ਹੀ ਕੰਮ ਕਰਨ ਵਾਲੇ ਆਪਣੇ ਬਿਪਤਾਵਾਂ ਲਈ ਦੋਸ਼ੀ ਠਹਿਰਾਏ ਜਾ ਸਕਦੇ ਹਨ। ਚਾਹੇ ਕੋਈ ਆਦਮੀ ਐਕਸੀਡੈਂਟ ਵਿੱਚ ਮਰਿਆ ਗਿਆ ਹੋਵੇ ਜਾਂ ਚਮਤਕਾਰ ਨਾਲ ਕੋਈ ਬਚ ਜਾਂਦਾ ਹੈ, ਹਰ ਇੱਕ ਨੇ ਮਰਨਾ ਹੈ। ਪ੍ਰਭੂ ਯਿਸੂ ਨੇ ਇਹ ਵਰਣਨ ਨਹੀਂ ਕੀਤਾ, ਐਕਸਪਲੇਨ ਨਹੀਂ ਕੀਤਾ ਕਿ ਕੁਝ ਲੋਕ ਕਿਉਂ ਜਿਉਂਦੇ ਰਹਿੰਦੇ ਹਨ ਅਤੇ ਕੁਝ ਕਿਉਂ ਅਚਾਨਕ ਐਕਸੀਡੈਂਟ ਨਾਲ ਜਾਂ ਸੁਭਾਵਿਕ ਬਿਮਾਰੀ ਨਾਲ ਮਰ ਜਾਂਦੇ ਹਨ। ਇਹ ਸਭ ਦੀ ਜਗ੍ਹਾ ਪ੍ਰਭੂ ਯਿਸੂ ਮਸੀਹ ਇਸ਼ਾਰਾ ਕਰਦੇ ਹਨ ਕਿ ਹਰ ਇੱਕ ਨੂੰ ਪਛਤਾਵਾ ਕਰਨ ਦੀ ਲੋੜ ਹੈ, ਆਪਣੇ ਪਾਪਾਂ ਤੋਂ ਪਛਤਾਵਾ ਕਰਨ ਦੀ ਲੋੜ ਹੈ। ਇਹ ਕੋਈ ਖਾਸ ਗੱਲ ਨਹੀਂ ਹੈ ਮੌਤ ਕਿਸ ਤਰ੍ਹਾਂ ਔਰ ਕਦੋਂ ਵਾਪਰੇਗੀ। ਮੌਤ ਅੰਤ ਨਹੀਂ ਹੈ। ਪ੍ਰਭੂ ਯਿਸੂ ਮਸੀਹ ਪ੍ਰੋਮਿਸ ਕਰਦੇ ਹਨ, ਵਾਅਦਾ ਕਰਦੇ ਹਨ, ਜੋ ਵੀ ਉਸ ਵਿੱਚ ਵਿਸ਼ਵਾਸ ਕਰੇਗਾ ਨਾਸ਼ ਨਹੀਂ ਹੋਏਗਾ, ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਵੇਗਾ। ਅਸੀਂ ਪੜ੍ਹ ਸਕਦੇ ਹਾਂ ਸੰਤ ਯੂਹੰਨਾ ਦੀ ਇੰਜੀਲ ਚੈਪਟਰ 3 ਦੀ 16 ਆਇਤ, ਸੈਂਟ ਜੌਨ ਚੈਪਟਰ 3 ਵਰਸ 16। ਸੋ ਮੇਰੇ ਭੈਣ ਭਰਾਵੋ, ਪੁਰਾਣੇ ਨੇਮ ਵਿੱਚ ਕਈ ਵਾਰ ਫਲਦਾਰ ਦਰਖਤ ਪਰਮੇਸ਼ਰ ਦੀ ਦੇਣ ਦਾ ਨਿਸ਼ਾਨੇ ਦੇ ਤੌਰ 'ਤੇ ਇਹ ਵਰਤਿਆ ਗਿਆ ਸੀ। ਜਿਸ ਤਰ੍ਹਾਂ ਅਸੀਂ ਪੜ੍ਹ ਸਕਦੇ ਹਾਂ ਜਰਮਾਇਆ ਚੈਪਟਰ 17 ਵਰਸਿਸ 7 and 8, ਜਰਮੀਆ ਚੈਪਟਰ 17 ਵਰਸਿਸ 7 and 8, 7 ਅਤੇ 8 ਆਇਤਾਂ ਵਿੱਚ ਅਸੀਂ ਪੜ੍ਹ ਸਕਦੇ ਹਾਂ। ਪ੍ਰਭੂ ਯਿਸੂ ਮਸੀਹ ਇਸ਼ਾਰਾ ਕਰਦੇ ਹਨ ਕਿ ਉਸ ਕਿਸਮ ਦੇ ਦਰਖਤ ਦਾ ਕੀ ਹੋਵੇਗਾ ਜਿਹੜਾ ਬਹੁਤ ਕੀਮਤੀ ਸਮਾਂ ਲੈਂਦਾ ਹੈ, ਥਾਂ ਘੇਰਦਾ ਹੈ, ਪਰ ਅਜੇ ਤੱਕ ਉਸ ਦਰਖਤ ਨੇ ਮਾਲਕ ਲਈ ਕੋਈ ਫਲ ਪੈਦਾ ਨਹੀਂ ਕੀਤਾ। ਉਸ ਦਰਖਤ ਦਾ ਕੀ ਹਾਲ ਹੋਵੇਗਾ। ਇਸ ਕਹਾਵਤ ਰਾਹੀਂ ਪ੍ਰਭੂ ਯਿਸੂ ਮਸੀਹ ਆਪਣੇ ਵਚਨ ਸੁਣਨ ਵਾਲਿਆਂ ਨੂੰ ਚਾਹੁੰਦੇ ਹਨ ਕਿ ਪਰਮੇਸ਼ਰ ਉਹਨਾਂ ਦੇ ਘੱਟ ਪੈਦਾਵਾਰ ਕਾਰਨ ਹਮੇਸ਼ਾ ਸਹਿਣ ਨਹੀਂ ਕਰੇਗਾ। ਸੰਤ ਲੂਕਾ ਦੀ ਇੰਜੀਲ ਚੈਪਟਰ 3 ਤੇ 9 ਆਇਤ ਵਿੱਚ ਅਸੀਂ ਪੜ੍ਹ ਸਕਦੇ ਹਾਂ। ਸੰਤ ਲੂਕਾ ਦੀ ਇੰਜੀਲ ਚੈਪਟਰ 3 ਦੀ 9 ਆਇਤ, ਸੈਂਟ ਲੂਕ ਚੈਪਟਰ 3 ਵਰਸ 9। ਸੋ ਮੇਰੇ ਭੈਣ ਭਰਾ, ਪ੍ਰਭੂ ਯਿਸੂ ਸਾਨੂੰ ਸਭ ਨੂੰ ਹੋਰ ਸਮਾਂ ਦਿੰਦਾ ਹੈ ਕਿ ਉਸ ਦੇ ਵਾਪਸ ਆਉਣ ਤੋਂ ਪਹਿਲਾਂ ਅਸੀਂ ਆਪਣੇ ਪਾਪਾਂ ਤੋਂ ਪਛਤਾਵਾ ਕਰੀਏ, ਪ੍ਰਭੂ ਪਰਮੇਸ਼ਰ ਵੱਲ ਧਿਆਨ ਲਾਈਏ। ਜੋ ਵੀ ਸਾਨੂੰ ਪ੍ਰਭੂ ਯਿਸੂ ਨੇ ਵਰਦਾਨ ਦਿੱਤਾ ਹੈ, ਗਿਫਟ ਦਿੱਤੇ ਹਨ, ਉਸ ਦੇ ਅਨੁਸਾਰ ਅਸੀਂ
ਪਰਮੇਸ਼ਰ ਦਾ ਕੰਮ ਕਰਦੇ ਰਹੀਏ ਔਰ ਆਪਣੇ ਤੋਂ ਹੋਰ ਜ਼ਿਆਦਾ ਫਲ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਰਹੀਏ। ਇਸ ਦੇ ਬਦਲੇ ਸਾਨੂੰ ਪ੍ਰਭੂ ਯਿਸੂ ਮਸੀਹ ਪਿਤਾ ਪਰਮੇਸ਼ਰ ਕਈ 100 ਗੁਣਾ ਬਰਕਤ ਦੇਵੇਗਾ। ਸੋ ਮੇਰੇ ਭੈਣ ਪ੍ਰਭੂ ਯਿਸੂ ਪਰ ਵਿਸ਼ਵਾਸ ਕਰੋ, ਪਰਮੇਸ਼ਰ ਦੇ ਵਚਨਾਂ ਨੂੰ ਪੜ੍ਹਦੇ ਰਹੋ, ਸੁਣਦੇ ਰਹੋ, ਪ੍ਰਾਰਥਨਾ ਕਰਦੇ ਰਹੋ ਕਿ ਪ੍ਰਭੂ ਆਪ ਸਭ ਨੂੰ ਤੇ ਮੈਨੂੰ ਵੀ ਮਾਫ ਕਰਕੇ ਸਵਰਗਾਂ ਦੀ ਸੰਤਾਨ ਬਣਾਵੇਗਾ। ਆਮੀਨ, ਹਾਲੇਲੂਇਆ। ਥੈਂਕ ਯੂ ਜੀ, ਥੈਂਕ ਯੂ ਜੀਸਸ। ਧੰਨਵਾਦ ਪ੍ਰਭੂ ਯਿਸੂ, ਥੈਂਕ ਯੂ ਜੀਸਸ। ਇਹਨਾਂ ਵਚਨਾਂ ਦਾ ਅਸੀਂ ਆਪ ਦਾ ਬਾਰ-ਬਾਰ ਧੰਨਵਾਦ ਕਰਦੇ ਹਾਂ ਪ੍ਰਭੂ ਯਿਸੂ ਜੀ। ਆਪਦੇ ਪਿੱਤਰ ਖੂਨ ਦਾ ਧੰਨਵਾਦ ਕਰਦੇ ਹਾਂ ਪ੍ਰਭੂ ਯਿਸੂ, ਆਪਦੇ ਪਿੱਤਰ ਆਤਮਾ ਦਾ ਧੰਨਵਾਦ ਕਰਦੇ ਹਾਂ ਪ੍ਰਭੂ ਯਿਸੂ ਜੀ। ਜਦੋਂ ਵੀ ਅਸੀਂ ਆਪਦਾ ਵਚਨ ਪੜ੍ਹਦੇ ਹਾਂ, ਸੁਣਦੇ ਹਾਂ, ਆਪਦੇ ਵਚਨ ਆਪਣੇ ਭੈਣ ਭਰਾਵਾਂ ਨੂੰ ਸੁਣਾਉਂਦੇ ਹਾਂ, ਤੁਸੀਂ ਆਪਦੇ ਪਿੱਤਰ ਆਤਮਾ ਦੀ ਸ਼ਕਤੀ ਰਾਹੀਂ ਸਾਡੀ ਅਗਵਾਈ ਕਰਦੇ ਹੋ। ਅਸੀਂ ਆਪਦਾ ਬਾਰ-ਬਾਰ ਧੰਨਵਾਦ ਕਰਦੇ ਪਏ ਯਿਸੂ ਜੀ। ਥੈਂਕ ਯੂ ਜੀਸਸ, ਹਾਲੇਲੂਇਆ, ਹਾਲੇਲੂਇਆ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ ਜੀ, ਥੈਂਕ ਯੂ ਜੀਸਸ। ਧੰਨਵਾਦ ਪਏ ਯਿਸੂ। ਪ੍ਰਭੂ ਦੇ ਪਿੱਤਰ ਚਰਨ 'ਚ ਦੁਆ ਕਰੀਏ, ਬੇਨਤੀ ਕਰੀਏ। Hallelujah, hallelujah. Thank you, Pita Parmeshwar. Thank you, hallelujah, hallelujah. Thank you, Pita Parmeshwar. Thank you, Heavenly Father. Thank you, Heavenly Father, Almighty God. We worship you. We glorify you. You creator of heaven and earth. Praise the Lord. Praise the Lord. Hallelujah, hallelujah, hallelujah. Thank you, Jesus. Thank you, Jesus. You are Savior of the whole world, Lord Jesus. Thank you, Jesus. Whoever believes you, trust in you, you give them everlasting life, Lord Jesus. Thank you, Jesus. Thank you. We give you thank you, Lord Jesus. Thank you, Jesus. You give us the everlasting life, Lord Jesus. Thank you, Jesus. Thank you, Jesus. Thank you, Jesus, for your holy blood, Lord Jesus. Thank you, Prabhu Yeshu, of the ਬਾਰ-ਬਾਰ ਧੰਨਵਾਦ ਕਰਦੇ ਹਾਂ। Thank you, ਪਿਤਾ ਪਰਮੇਸ਼ਰ। Thank you, ਪਿਤਾ ਪਰਮੇਸ਼ਰ। ਪੂਰੀ ਕੁਦਰਤ ਜ਼ਮੀਨ ਦੇ ਅਸਮਾਨ ਦੇ ਪੈਦਾ ਕਰਨ ਵਾਲੇ ਸਰਵ ਸ਼ਕਤੀਮਾਨ ਸਾਡੇ ਮੁਕਤੀ ਦਾ ਯਿਸੂ ਮਸੀਹ, ਅਸੀਂ ਆਪਦਾ ਧੰਨਵਾਦ ਕਰਦੇ ਹਾਂ, ਸ਼ੁਕਰ ਕਰਦੇ ਹਾਂ। ਅੱਜ ਦੇ ਵਕਤ ਦੇ ਸਮੇਂ ਅੱਜ ਦੇ ਵਚਨਾਂ ਦਾ ਧੰਨਵਾਦ ਕਰਦੇ ਪਏ ਯਿਸੂ ਨਾਮ ਅਸੀਂ। ਥੈਂਕ ਯੂ ਜੀ, ਥੈਂਕ ਯੂ ਜੀ, ਹਾਲੇਲੂਇਆ। ਯਿਸੂ ਤੁਸੀਂ ਪਰ ਯਿਸੂ ਮਹਾਨ ਔਰ ਸ਼ਕਤੀਸ਼ਾਲੀ ਹੋ, ਆਪਦਾ ਨਾਮ ਪਵਿੱਤਰ, ਆਪਦਾ ਨਾਮ ਸ਼ੁੱਧ ਹੈ। ਤੁਸੀਂ ਮਹਾਨ ਔਰ ਸ਼ਕਤੀਸ਼ਾਲੀ ਹੋ ਪਰ ਯਿਸੂ ਨਾਮ ਅਸੀਂ ਸਭ ਭੈਣ ਭਰਾ ਮਿਲ ਕੇ ਆਪਦੇ ਅੱਗੇ ਦੁਆਵਾਂ ਕਰਦੇ ਹਾਂ, ਬੇਨਤੀਆਂ ਕਰਦੇ ਹਾਂ, ਸਾਡੇ ਸਭ ਤੇ ਰਹਿਮ ਕਰਨ, ਦਇਆ ਕਰਨੀ, ਕਿਰਪਾ ਕਰਨੀ ਪਰ ਯਿਸੂ ਨਾਮ ਅਸੀਂ। ਥੈਂਕ ਯੂ ਜੀ, ਥੈਂਕ ਯੂ ਜੀਸਸ, ਹਾਲੇਲੂਇਆ, ਹਾਲੇਲੂਇਆ। ਯਿਸੂ ਨਾਮ ਅਸੀਂ ਤੁਸੀਂ ਸਾਡੇ ਗੁਨਾਹਾਂ ਨੂੰ, ਪਾਪਾਂ ਨੂੰ, ਅਪਰਾਧਾਂ ਨੂੰ ਮਾਫ ਕਰਵਾਇਆ। ਅਸੀਂ ਆਪਦੇ ਪਿੱਤਰ ਖੂਨ ਦਾ ਧੰਨਵਾਦ ਕਰਦੇ ਪਰ ਯਿਸੂ ਨਾਮ ਅਸੀਂ, ਆਪਦੇ ਪਿੱਤਰ ਆਤਮਾ ਦਾ ਧੰਨਵਾਦ ਕਰਦੇ ਪਰ ਯਿਸੂ ਨਾਮ ਅਸੀਂ। ਥੈਂਕ ਯੂ ਜੀ, ਥੈਂਕ ਯੂ ਜੀਸਸ, ਹਾਲੇਲੂਇਆ। ਆਪਦੇ ਵਚਨ ਸੱਚੇ ਨੂੰ ਪਿੱਤਰਾਂ ਧੰਨ ਨਾਲ ਪਰ ਯਿਸੂ ਤੇਰੇ ਨਾਮ ਦੀ ਮਹਿਮਾ, ਤੇਰੇ ਨਾਮ ਦੀ ਵਡਿਆਈ ਕਰਦੇ ਪਰ ਯਿਸੂ ਜੀ। ਥੈਂਕ ਯੂ ਜੀ, ਥੈਂਕ ਯੂ ਜੀਸਸ, ਹਾਲੇਲੂਇਆ, ਹਾਲੇਲੂਇਆ। ਯਿਸੂ ਨਾਮ ਅਸੀਂ ਦੁਆ ਕਰਦੇ ਹਾਂ, ਬੇਨਤੀ ਕਰਦੇ ਹਾਂ, ਜਿਹੜੇ ਸਾਡੇ ਭੈਣ ਭਰਾ ਆਪਦੇ ਵਿੱਚ ਵਿਸ਼ਵਾਸ ਰੱਖਣਾ ਚਾਹੁੰਦੇ ਹਨ ਯਿਸੂ ਨਾਮ ਅਸੀਂ, ਆਪਦੇ ਵਚਨ ਸੁਣਦੇ ਹਨ ਯਿਸੂ ਨਾਮ ਅਸੀਂ, ਉਹਨਾਂ ਸਭ ਤੇ ਰਹਿਮ ਕਰਨ, ਦਇਆ ਕਰਨੀ, ਆਪਦੇ ਵਿਸ਼ਵਾਸ ਵਿੱਚ ਉਹਨਾਂ ਨੂੰ ਪੱਕੇ ਰੱਖਣਾ ਯਿਸੂ ਨਾਮ ਅਸੀਂ। ਉਹਨਾਂ ਸਭ ਭੈਣ ਭਰਾ ਨੂੰ ਹਰ ਸ਼ੈਤਾਨੀ ਤਾਕਤ ਤੋਂ ਬਚਾਇਆ ਰੱਖਣਾ, ਹਰ ਬਿਮਾਰੀ ਤੋਂ ਬਚਾਇਆ ਰੱਖਣਾ, ਆਪਦੇ ਵਿਸ਼ਵਾਸ ਵਿੱਚ ਉਹਨਾਂ ਸਭ ਨੂੰ ਪੱਕੇ ਰੱਖਣਾ ਯਿਸੂ ਨਾਮ ਅਸੀਂ। ਥੈਂਕ ਯੂ ਜੀ, ਥੈਂਕ ਯੂ ਜੀਸਸ। ਉਹਨਾਂ ਸਭ ਭੈਣ ਭਰਾਵਾਂ ਦੇ ਗੁਨਾਹ ਨੂੰ, ਪਾਪਾਂ ਨੂੰ, ਅਪਰਾਧਾਂ ਨੂੰ ਮਾਫ ਕਰਨਾ ਯਿਸੂ ਨਾਮ ਅਸੀਂ। ਜੋ ਵੀ ਸਾਡੇ ਭੈਣ ਭਰਾ ਆਪਦੇ ਪਿੱਤਰ ਚਰਨ ਜਾਣ ਦੁਆ ਕਰਦੇ, ਬੇਨਤੀ ਕਰਦੇ ਹਾਂ, ਆਪਣੇ ਪਾਪਾਂ ਤੋਂ ਪਛਤਾਵਾ ਕਰਦੇ ਹਾਂ, ਉਹਨਾਂ ਨੂੰ ਨਵੀਂ ਜ਼ਿੰਦਗੀ ਦਿਓ, ਹਮੇਸ਼ਾ ਦੀ ਜ਼ਿੰਦਗੀ ਬਖਸ਼ੋ ਪਰ ਯਿਸੂ ਨਾਮ ਅਸੀਂ। ਥੈਂਕ ਯੂ ਜੀ, ਥੈਂਕ ਯੂ ਜੀਸਸ, ਹਾਲੇਲੂਇਆ, ਹਾਲੇਲੂਇਆ। ਯਿਸੂ ਨਾਮ ਅਸੀਂ ਆਦੇ ਵਚਨ ਸੱਚੇ ਪਿਤਰਾਂ ਧੰਨ ਨਾਲ ਯਿਸੂ ਨਾਮ ਅਸੀਂ। ਥੈਂਕ ਯੂ ਜੀ, ਥੈਂਕ ਯੂ ਜੀਸਸ। ਪਰ ਯਿਸੂ ਪਿਤਾ ਪਰਮੇਸ਼ਰ ਆਦੇ ਵਚਨ ਦੱਸਦੇ ਹਨ ਕਿ ਮੈਂ ਪ੍ਰਭੂ ਪਰਮੇਸ਼ਰ ਜਿਉਂਦਾ ਪਰਮੇਸ਼ਰ ਹਾਂ। ਮੈਂ ਕਿਸੇ ਪਾਪੀ ਦੀ ਮੌਤ ਤੋਂ ਖੁਸ਼ ਨਹੀਂ ਹੁੰਦਾ, ਸਗੋਂ ਮੈਂ ਉਸ ਨੂੰ ਪਾਪ ਛੱਡਣ ਦਾ ਅਤੇ ਜਿਉਂਦਾ ਦੇਖਣ ਦਾ ਚਾਹਵਾਨ ਹਾਂ। ਹਾਲੇਲੂਇਆ। ਥੈਂਕ ਯੂ ਪਿਤਾ ਪਰਮੇਸ਼ਰ, ਥੈਂਕ ਯੂ ਪਿਤਾ ਪਰਮੇਸ਼ਰ, ਥੈਂਕ ਯੂ ਪ੍ਰਭੂ ਯਿਸੂ, ਥੈਂਕ ਯੂ ਪ੍ਰਭੂ, ਥੈਂਕ ਯੂ ਜੀਸਸ। ਪਰ ਯਿਸੂ ਤੁਸੀਂ ਹਮੇਸ਼ਾ ਲਈ ਜਿਉਂਦੇ ਹੋ ਪਰ ਯਿਸੂ ਨਾਮ ਅਸੀਂ। ਤੇਰੇ ਨਾਮ ਤੋਂ ਪਾਪਾਂ ਤੋਂ ਮਾਫੀ ਮਿਲਦੀ ਹੈ ਪਰ ਯਿਸੂ ਨਾਮ ਅਸੀਂ, ਹਰ ਬਿਮਾਰੀ ਤੋਂ ਸ਼ਿਫਾ ਮਿਲਦੀ ਹੈ ਪਰ ਯਿਸੂ ਨਾਮ ਅਸੀਂ। ਥੈਂਕ ਯੂ ਪਰ ਜੀ, ਥੈਂਕ ਯੂ ਜੀਸਸ, ਹਾਲੇਲੂਇਆ, ਹਾਲੇਲੂਇਆ। ਯਿਸੂ ਨਾਮ ਅਸੀਂ ਆਪਦੇ ਮੂੰਹ ਵਿੱਚੋਂ ਨਿਕਲੇ ਇੱਕ ਵਚਨ ਦੇ ਨਾਲ ਹਰ ਬਿਮਾਰੀ ਤੋਂ ਸ਼ਿਫਾ ਮਿਲਦੀ ਹੈ, ਤੰਦਰੁਸਤੀ ਮਿਲਦੀ ਹੈ, ਚੰਗਿਆਈ ਮਿਲਦੀ ਹੈ ਪਰ ਯਿਸੂ ਨਾਮ ਅਸੀਂ। ਤੁਸੀਂ ਸਾਡੇ ਸਵਰਗੀ ਡਾਕਟਰ ਹੋ ਪਰ ਯਿਸੂ ਨਾਮ ਅਸੀਂ ਆਪਦੇ ਦੁਆ ਕਰਦੇ ਹਾਂ, ਬੇਨਤੀ ਕਰਦੇ ਹਾਂ, ਜੇ ਸਾਡੇ ਭੈਣ ਭਰਾ ਘਰਾਂ ਵਿੱਚ ਬਿਮਾਰ ਹਨ, ਹੌਸਪੀਟਲ 'ਚ ਬਿਮਾਰ ਹਨ ਯਿਸੂ, ਉਹਨਾਂ ਸਭ ਦੀ ਦੁਆ ਕਰਦੇ ਹਾਂ, ਜਾਂ ਕਰੋਨਾ ਦੇ ਨਾਲ ਬਿਮਾਰ ਹਨ ਯਿਸੂ, ਪਲੀਜ਼ ਯਿਸੂ ਨਾਲ ਸਭ ਤੇ ਰਹਿਮ ਕਰਨ, ਦਇਆ ਕਰਨੀ, ਕਿਰਪਾ ਕਰਨੀ, ਉਹਨਾਂ ਸਭ ਭੈਣ ਭਰਾ ਨੂੰ ਹਰ ਬਿਮਾਰੀ ਤੋਂ ਬਚਾ ਕੇ ਰੱਖਣਾ ਯਿਸੂ ਨਾਮ ਅਸੀਂ ਦੁਆ ਕਰਦੇ ਹਾਂ ਆਪਣੇ ਭਰਾ ਪਾਸਟਰ ਹਰਬੰਸ ਲਈ। ਪਰ ਯਿਸੂ ਨਾਮ ਅਸੀਂ ਉਸ ਤੇ ਰਹਿਮ ਕਰੋ, ਦਇਆ ਕਰੋ, ਆਪਦੇ ਪਿਤਾ ਨਾਲ ਛੂ ਕੇ ਜੋ ਵੀ ਉਹਦੇ ਸਰੀਰ 'ਚ ਕਮਜ਼ੋਰੀ ਹੈ, ਦੁੱਖ ਹੈ, ਪਰ ਯਿਸੂ ਨਾਮ ਅਸੀਂ ਆਪਦੀ ਸ਼ਕਤੀ ਨਾਲ ਉਹਨੂੰ ਤੰਦਰੁਸਤੀ ਚੰਗਾਈ ਦਿਓ ਯਿਸੂ ਜੀ। ਅਸੀਂ ਗਰੀਬ ਲੋੜਾਂ ਦੇ ਭੈਣ ਭਰਾ ਦੀ ਦੁਆ ਕਰਦੇ ਹਾਂ, ਪਰ ਯਿਸੂ ਨਾਮ ਅਸੀਂ ਉਹਨਾਂ ਜ਼ਰੂਰਤਾਂ ਲੋੜਾਂ ਨੂੰ ਪੂਰਾ ਕਰੋ ਯਿਸੂ ਜੀ। ਇਹ ਸਾਡੇ ਭੈਣ ਭਰਾ ਗਰੀਬਾਂ ਦੀ ਮਦਦ ਕਰਦੇ ਹਨ, ਉਹਨਾਂ ਨੂੰ ਖਾਣ ਨੂੰ ਭੋਜਨ ਦੇਣ, ਪਲੀਜ਼ ਯਿਸੂ ਨਾਮ ਅਸੀਂ ਆਪਦੀ ਅੱਗੇ ਦੁਆ ਕਰਦੇ ਹਾਂ, ਉਹਨਾਂ ਭੈਣ ਭਰਾਵਾਂ ਦੇ ਕੰਮਾਂ ਕਾਰਾਂ 'ਚ ਬਰਕਤ ਦਿਓ, ਉਹਨਾਂ ਘਰ ਸ਼ਾਂਤੀ ਦਿਓ, ਉਹਨਾਂ ਬੱਚਿਆਂ ਦੇ ਰਹਿਮ ਕਰੋ, ਦਇਆ ਕਰੋ ਯਿਸੂ ਜੀ। ਵਿਧਵਾ ਭੈਣਾਂ ਦੇ ਜਿਤਨੇ ਬੱਚਿਆਂ ਲਈ ਦੁਆ ਕਰਦੇ ਹਨ, ਸਾਧਨਾਂ ਦੀ ਮਦਦ ਕਰਾਉਣੀ, ਹਰ ਬਿਮਾਰੀ ਤੋਂ ਬਚਾ ਕਰਨਾ, ਹਰ ਸ਼ੈਤਾਨੀ ਤਾਕਤ ਤੋਂ ਬਚਾ ਕਰਨਾ ਯਿਸੂ ਨਾਮ ਅਸੀਂ। ਆਉਣ ਵਾਲੇ ਸਮੇਂ 'ਚ ਆਪਦੇ ਪਿੱਤਰ ਆਤਮਾ ਦੀ ਰਾਹੀਂ ਉਹਨਾਂ ਦੀ ਅਗਵਾਈ ਕਰਨੀ। ਥੈਂਕ ਯੂ ਜੀ, ਥੈਂਕ ਯੂ ਜੀਸਸ, ਹਾਲੇਲੂਇਆ, ਹਾਲੇਲੂਇਆ। ਯਿਸੂ ਨਾਮ ਅਸੀਂ ਦੁਆ ਕਰਦੇ ਹਾਂ ਉਹਨਾਂ ਭੈਣਾਂ ਲਈ ਜਿਹੜੇ ਲੰਬੇ ਸਮੇਂ ਤੋਂ ਬੱਚਿਆਂ ਦੀ ਲਾਜ਼ੀਆਂ ਯਿਸੂ ਜੀ, ਪਲੀਜ਼ ਯਿਸੂ ਨਾਲ ਭੈਣਾਂ ਦੀ ਦੁਆ ਸੁਣੋ, ਪ੍ਰਾਰਥਨਾ ਸੁਣੋ, ਉਹਨਾਂ ਬੱਚਿਆਂ ਦਾ ਵਰਦਾਨ ਦਿਓ ਪਰ ਯਿਸੂ ਨਾਮ ਅਸੀਂ। ਥੈਂਕ ਯੂ ਜੀ, ਥੈਂਕ ਯੂ ਜੀਸਸ, ਹਾਲੇਲੂਇਆ,
ਆਪਦੇ ਲਈ ਹਰ ਚੀਜ਼ ਸੰਭਵ ਹੈ ਪ੍ਰਭੂ ਯਿਸੂ ਨਾਮ ਅਸੀਂ ਯਕੀਨ ਕਰਦੇ ਵਿਸ਼ਵਾਸ ਕਰਦੇ ਪ੍ਰਭੂ ਯਿਸੂ ਤੁਸੀਂ ਸਭ ਕੁਝ ਕਰ ਸਕਦੇ ਹੋ ਪ੍ਰਭੂ ਯਿਸੂ ਜੀ ਥੈਂਕ ਯੂ ਜੀ ਥੈਂਕ ਯੂ ਜੀਸਸ ਹਾਲੇਲੂਇਆ ਅਸੀਂ ਪ੍ਰਚਾਰ ਕਰਨ ਵਾਲੇ ਭੈਣ ਭਰਾਵਾਂ ਦੀ ਦੁਆ ਕਰਦੇ ਹਾਂ ਜਿਹੜੇ ਬਿਸ਼ਪ ਲੋਕ ਫਾਦਰ ਲੋਕ ਸਿਸਟਰ ਪਾਸਟਰ ਲੋਕ ਚਰਚਾਂ ਦੇ ਲੀਡਰ ਤੇਰੇ ਨਾਮ ਨੂੰ ਵਧਾਉਂਦੇ ਹਨ ਫੁਲਾਉਂਦੇ ਹਨ ਤੇਰੇ ਵਚਨ ਨੂੰ ਸ਼ੇਅਰ ਕਰਦੇ ਹਨ ਪ੍ਰਭੂ ਯਿਸੂ ਨਾਮ ਉਹਨਾਂ ਸਭ ਤੇ ਰਹਿਮ ਕਰਨ ਦਇਆ ਕਰਨੀ ਕਿਰਪਾ ਕਰਨੀ ਹਰ ਸ਼ੈਤਾਨੀ ਤਾਕਤੋਂ ਨੂੰ ਬਚਾ ਰੱਖਣਾ ਪਵਿੱਤਰ ਆਤਮਾ ਹੀ ਅਗਵਾਈ ਕਰਨੀ ਜੋ ਵੀ ਉਹ ਬੋਲਣ ਪਵਿੱਤਰ ਆਤਮਾ ਦੀ ਸ਼ਕਤੀ ਰਾਹੀਂ ਉਹ ਬੋਲਿਆ ਜਾਵੇ ਪ੍ਰਭੂ ਯਿਸੂ ਨਾਮ ਜੋ ਵੀ ਭੈਣ ਭਰਾ ਉਹਨਾਂ ਦੇ ਵਚਨ ਸੁਣੇ ਵਿਸ਼ਵਾਸ ਕਰੇ ਕਿ ਤੁਸੀਂ ਪ੍ਰਭੂ ਤੁਸੀਂ ਪਰਮੇਸ਼ਰ ਹੋ ਤੁਸੀਂ ਆਦਿ ਅੰਤ ਹੋ ਤੁਸੀਂ ਪਹਿਲੇ ਤੇ ਅਖੀਰ ਹੋ ਤੁਸੀਂ ਆਉਣੇ ਵਾਲੇ ਹੋ ਪ੍ਰਭੂ ਯਿਸੂ ਜੀ ਥੈਂਕ ਯੂ ਥੈਂਕ ਯੂ ਜੀਸਸ ਹਾਲੇਲੂਇਆ ਪ੍ਰਭੂ ਯਿਸੂ ਦੁਆ ਕਰਦੇ ਹਾਂ ਸਕੂਲ ਦੇ ਛੋਟੇ ਬੱਚਿਆਂ ਲਈ ਪ੍ਰਿੰਸੀਪਲ ਸਾਥ ਨੂੰ ਮਦਦ ਕਰਾਉਣੀ ਪਵਿੱਤਰ ਆਤਮਾ ਅਗਵਾਈ ਕਰਨੀ ਹਰ ਬਿਮਾਰੀ ਤੋਂ ਬਚਾ ਕੇ ਰੱਖਣਾ ਪ੍ਰਭੂ ਯਿਸੂ ਜੀ ਅਸੀਂ ਸਾਡੇ ਜਿਹੜੇ ਭੈਣ ਭਰਾ ਨੌਜਵਾਨ ਬੱਚੇ ਡਰੱਗ ਕਰਦੇ ਹਨ ਨਸ਼ਾ ਕਰਦੇ ਹਨ ਉਹਨਾਂ ਸਭ ਦੀ ਦੁਆ ਕਰਦੇ ਹਾਂ ਇਹਨਾਂ ਬੁਰੀਆਂ ਆਦਤਾਂ ਤੋਂ ਉਹਨਾਂ ਸਭ ਨੂੰ ਬਚਾ ਕੇ ਰੱਖੋ ਪ੍ਰਭੂ ਯਿਸੂ ਨਾਮ ਇਹਨਾਂ ਪ੍ਰਭੂ ਯਿਸੂ ਨਾਮ ਚੰਗੇ ਚੰਗੇ ਸੋ ਵਿਚਾਰ ਦਿਓ ਆਪਦੇ ਪਿੱਤਰ ਘਰ ਵਿੱਚ ਉਹਨਾਂ ਨੂੰ ਲੈ ਕੇ ਆਓ ਪ੍ਰਭੂ ਯਿਸੂ ਜੀ ਥੈਂਕ ਯੂ ਥੈਂਕ ਯੂ ਜੀਸਸ ਜੀ ਆਪਦਾ ਬਾਰ ਬਾਰ ਧੰਨਵਾਦ ਕਰਦੇ ਹਾਂ ਸ਼ੁਕਰ ਕਰਦੇ ਹਾਂ ਪ੍ਰਭੂ ਯਿਸੂ ਆਪਦੇ ਪਿੱਤਰ ਚਰਨ ਦੁਆ ਕਰਦੇ ਹਾਂ ਬੇਨਤੀ ਕਰਦੇ ਹਾਂ ਜੇ ਸਾਡੇ ਭੈਣ ਭਰਾ ਪ੍ਰਭੂ ਯਿਸੂ ਨਾਮ ਪਵਿੱਤਰ ਰੋਜ਼ਰੀ ਪ੍ਰਭੂ ਯਿਸੂ ਨਾਮ ਪੰਜਾਬੀ ਰੋਜ਼ਰੀ ਬਾਈਬਲ ਸਤਸੰਗ ਯੂਕੇ ਦੇ ਮੈਂਬਰਾਂ ਦੇ ਲਈ ਦੁਆ ਕਰਦੇ ਹਾਂ ਉਹਨਾਂ ਸਭ ਤੇ ਰਹਿਮ ਕਰਨ ਦਇਆ ਕਰਨੀ ਕਿਰਪਾ ਕਰਨੀ ਪ੍ਰਭੂ ਯਿਸੂ ਨਾਮ ਜੇ ਤੇਰੇ ਮਾਂ ਦੀ ਇੱਜ਼ਤ ਮਾਣ ਕਰਦੇ ਹਨ ਉਹ ਦੂਸਰਿਆਂ ਨੂੰ ਵੀ ਕਰਨਾ ਸਿਖਾਉਂਦੇ ਹਨ ਪ੍ਰਭੂ ਯਿਸੂ ਨਾਮ ਉਹਨਾਂ ਸਭ ਤੇ ਰਹਿਮ ਕਰਨ ਦਇਆ ਕਰਨੀ ਪਵਿੱਤਰ ਆਤਮਾ ਅਗਵਾਈ ਕਰਨੀ ਪ੍ਰਭੂ ਯਿਸੂ ਨਾਮ ਆਪਦੇ ਦਾਸਾਂ ਦੀ ਦੁਆ ਕਰਦੇ ਹਾਂ ਬੇਨਤੀਆਂ ਕਰਦੇ ਹਾਂ ਜੇ ਤੇਰੇ ਨਾਮ ਦੀ ਪ੍ਰਚਾਰ ਕਰਦੇ ਹਨ ਯਿਸੂ ਨਾਮ ਉਹਨਾਂ ਸਭ ਨੂੰ ਯਿਸੂ ਨਾਮ ਆਪਦੇ ਪਿੱਤਰ ਆਤਮਾ ਦੀ ਸ਼ਕਤੀ ਨਾਲ ਭਰ ਦਿਓ ਕਿ ਆਪਦੀ ਮਾਂ ਦੀ ਇੱਜ਼ਤ ਕਰਨ ਔਰ ਆਪਦੀ ਮਾਂ ਦੀ ਇੱਜ਼ਤ ਕਰਨਾ ਦੂਸਰਿਆਂ ਨੂੰ ਵੀ ਸਿਖਾ ਲੈਣ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਪ੍ਰਭੂ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਧੰਨਵਾਦ ਯਿਸੂ ਧੰਨਵਾਦ ਯਿਸੂ ਥੈਂਕ ਯੂ ਜੀਸਸ ਅਸੀਂ ਵਿਸ਼ਵਾਸ ਕਰਦੇ ਹਾਂ ਤੁਸੀਂ ਸਵਰਗਾਂ ਚਾਹਦੇ ਪਰ ਯਿਸੂ ਪਿਤਾ ਦੇ ਸੱਜੇ ਪਾਸੇ ਬੈਠੇ ਹੋ ਸਭ ਦੀ ਦੁਆ ਸੁਣਦੇ ਹੋ ਸਾਡੀ ਦੁਆ ਸੁਣਨਾ ਕਬੂਲ ਕਰਨਾ ਆਪਦੇ ਪਿੱਤਰ ਤੇ ਸ਼ੁੱਧ ਨਾਮ ਤੇ ਵਿਸ਼ਵਾਸ ਕਰਕੇ ਮੰਗਦੇ ਹਾਂ ਆਮੀਨ ਹਾਲੇਲੂਇਆ ਥੈਂਕ ਯੂ ਜੀਸਸ ਧੰਨਵਾਦ ਯਿਸੂ ਧੰਨਵਾਦ ਯਿਸੂ ਥੈਂਕ ਯੂ ਜੀਸਸ प्रभु यीशु मसीह ਦੀ ਸਿਖਾਈ ਪ੍ਰਾਰਥਨਾ ਐ ਸਾਡੇ ਬਾਪ ਜੋ ਤੂੰ ਅਸਮਾਨ ਤੇ ਹੈ ਤੇਰਾ ਨਾਮ ਪਾਕ ਮੰਨਿਆ ਜਾਵੇ ਤੇ ਰਾਜ ਜਾਵੇ ਤੇਰੀ ਮਰਜ਼ੀ ਜਿਹੜੀ ਅਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਪੂਰੀ ਹੋਵੇ ਸਾਡੇ ਰੋਜ਼ ਦੀ ਰੋਟੀ ਸਾਨੂੰ ਅੱਜ ਦੇ ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰ ਮਾਫ ਕਰਦੇ ਹਾਂ ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ ਸਗੋਂ ਬੁਰਾਈ ਤੋਂ ਬਚਾ ਕਿਉਂਕਿ ਬਾਦਸ਼ਾਹ ਕੁਦਰਤ ਤੇ ਜਲਾਲ ਸਲਾਮਤ ਹਮੇਸ਼ਾ ਆਪਦੇ ਹਨ ਆਮੀਨ ਮਾਂ ਮਰੀਮ ਸੰਤ ਨੀਮਾ ਟਰੀਜ਼ਾ ਸੰਤ ਯੂਸਫ ਸਾਰੇ ਸੰਤਾਂ ਦੇ ਫਰਿਸ਼ਤਿਆਂ ਨੂੰ ਅਸੀਂ ਸਿਫਾਰਿਸ਼ ਕਰਦੇ ਹਨ ਪਿਤਾ ਪਰਮੇਸ਼ਰ ਪ੍ਰਭੂ ਯਿਸੂ ਦੇ ਅੱਗੇ ਦੁਆ ਕਰੋ ਪ੍ਰਾਰਥਨਾ ਕਰੋ ਜੇ ਸਾਡੇ ਭੈਣ ਭਰਾ ਘਰਾਂ ਵਿੱਚ ਬਿਮਾਰ ਹਨ ਜਾਂ ਹੌਸਪਿਟਲ 'ਚ ਬਿਮਾਰ ਹਨ ਪ੍ਰਭੂ ਯਿਸੂ ਉਹਨਾਂ ਸਭ ਭੈਣ ਭਰਾਵਾਂ ਨੂੰ ਤੰਦਰੁਸਤੀ ਚੰਗਾਈ ਬਖਸ਼ੇ ਆਮੀਨ ਸਲਾਮੇ ਮਰੀਮ ਫਜਨਾ ਪਰੇ ਖੁਦਾਵੰਦ ਤੇ ਨਾਲ ਹੈ ਤੂੰ ਔਰਤਾਂ ਵਿੱਚੋਂ ਤਾਨਾ ਨਾਲੇ ਤਾਨਾ ਤੇਰੇ ਪੇਟ ਦਾ ਭਾਈ ਯਿਸੂ ਐ ਹਜ਼ਰਤ ਮਰੀਮ ਖੁਦਾ ਦੀ ਮਾਂ ਅਸਾਂ ਗੁਨਾਹਗਾਰਾਂ ਦੀ ਦੁਆ ਕਰ ਹੁਣ ਤੇ ਸਾਡੀ ਮੌਤ ਦੇ ਵੇਲੇ ਆਮੀਨ ਬਾਪ ਬੇਟਾ ਤੇ ਰੂਪਾ ਦੀ ਵਡਿਆਈ ਹੋਵੇ ਜਿਹੜੀ ਮੁੱਢੋਂ ਸੰਤ ਹਮੇਸ਼ਾ ਹੋਵੇਗੀ ਆਮੀਨ ਐਵੇਂ ਨੇਤਮੇ ਬਾ ਯਿਸੂ ਸਾਡੇ ਗੁਨਾਹ ਸਾਨੂੰ ਮਾਫ ਕਰ ਨਗਦੀ ਅਕ ਤੋਂ ਸਾਨੂੰ ਬਚਾ ਸਭ ਰੂਹਾਂ ਨੂੰ ਸਵਰਗ ਵੱਲ ਖਿੱਚ ਲੈ ਖਾਸ ਕਰਕੇ ਉਹਨਾਂ ਤੇਰੇ ਰਹਿਮਤ ਦੇ ਬਹੁਤ ਲੋੜਵੰਦ ਹਨ ਆਮੀਨ ਥੈਂਕ ਯੂ ਜੀਸਸ ਹਾਲੇਲੂਇਆ ਥੈਂਕ ਯੂ ਜੀਸਸ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਦਇਆ ਤੇ ਸ਼ਾਂਤੀ ਪਰਮੇਸ਼ਰ ਦਾ ਪਿਆਰ ਪਵਿੱਤਰ ਆਤਮਾ ਦੀ ਸੰਗਤ ਸਾਡੇ ਸਭ ਭੈਣ ਭਰਾਵਾਂ ਦੇ ਨਾਲ ਹੋਵੇ ਆਮੀਨ ਗੋਡ ਬਲੈਸ ਯੂ ਥੈਂਕ ਯੂ ਜੀਸਸ ਬਾ ਬੇਟਾ ਤੇ ਰੂਪਕ ਦੇ ਨਾਮ ਤੇ ਆਮੀਨ